ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੱਧੀ ਮਨਿ ਵਿਚਾਰਿਆ ਕਿਵੈ ਦਰਸ਼ਨ ਏ ਲੇਵੈ ਬਾਲਾ। ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ। ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰ ਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਕਲ ਜੁਗ ਨਾਨਕ ਨਾਮ ਸੁਖਾਲਾ। ਕਲ ਜੁਗ ਨਾਨਕ ਨਾਮ ਸੁਖਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ। ਆਪ ਜੀ ਹਰ ਰੋਜ਼ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਇਕਾਗਰਤਾ ਦੇ ਨਾਲ ਦੇਵਤਿਆਂ ਵਾਂਗ ਸਮਾਧੀਆਂ ਲਾ ਕਰਕੇ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਦੇ ਹੋ। ਭਾਈ ਗੁਰਦਾਸ ਦੀਆਂ ਵਾਰਾਂ ਦੀ ਵਿਚਾਰ ਸਰਵਣ ਕਰਦੇ ਹੋ। ਸੋ ਆਓ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 31ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪਿਛਲੀਆਂ ਪੌੜੀਆਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਮੇਰ ਪਰਬਤ ਤੇ ਗਏ। ਸਿੱਧਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਚਰਚਾ ਹੋਈ। ਸਿੱਧਾਂ ਦੇ ਪੁੱਛਣ ਤੇ ਮਹਾਰਾਜ ਨੇ ਸੰਸਾਰ ਦੇ ਵਿੱਚ ਕਿਵੇਂ ਪਾਪ ਵਰਤ ਰਿਹਾ ਹੈ ਮਹਾਰਾਜ ਨੇ ਸਾਰਾ ਜ਼ਿਕਰ ਕੀਤਾ। ਪਰਜਾ ਤੋਂ ਲੈ ਕੇ ਰਾਜਿਆਂ ਤੱਕ ਗੁਰੂਆਂ ਦੀ ਚੇਲਿਆਂ ਦੀ ਗੱਲ, ਕਾਜ਼ੀਆਂ ਦੀ, ਜੋਗੀਆਂ ਦੀ ਮਹਾਰਾਜ ਨੇ ਦੱਸਿਆ ਵੀ ਸਾਰੇ ਹੀ ਆਪੋ ਆਪਣੇ ਫਰਜ਼ਾਂ ਤੋਂ ਭੱਜੇ ਹੋਏ ਨੇ। ਹਨੇਰਾ ਹੀ ਹਨੇਰਾ ਹੈ ਚਾਰੇ ਪਾਸੇ ਵਰਤਿਆ ਪਾਪ ਸਭਸ ਜਗ ਮਾਹੀ। ਜਗਤ ਵਿੱਚ ਪਾਪ ਵਰਤ ਗਿਆ ਹੈ। ਸੱਚੇ ਪਾਤਸ਼ਾਹ ਜੀ ਨੇ ਜੋ ਸਿੱਧਾਂ ਦੇ ਨਾਲ ਵਿਚਾਰ ਚਰਚਾ ਕੀਤੀ ਸਿੱਧ ਗੋਸ਼ਟ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਅਸੀਂ ਪੜ੍ਹਾਂਗੇ ਸਾਨੂੰ ਪੜ੍ਹਨ ਤੋਂ ਪਤਾ ਚੱਲ ਜਾਂਦਾ ਹੈ। ਅਨੇਕਾਂ ਸਵਾਲ ਸਿੱਧਾਂ ਨੇ ਕੀਤੇ, ਗੁਰੂ ਪਾਤਸ਼ਾਹ ਜੀ ਨੇ ਉਹਦਾ ਜਵਾਬ ਦਿੱਤਾ ਔਰ ਨਾਮ ਪ੍ਰੇਮਾ ਭਗਤੀ ਜਪਣ ਦਾ ਉਪਦੇਸ਼ ਦਿੱਤਾ। ਸੋ ਆਓ
ਪਹਿਲੀ ਵਾਰ ਦੀ 31ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਹੈ, ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਆਪਣੇ ਭੇਖ ਦੇ ਵਿੱਚ ਲਿਆਉਣ ਵਾਸਤੇ ਬਹੁਤ ਸਾਰੇ ਯਤਨ ਕੀਤੇ। ਉਹਨਾਂ ਨੇ ਰਿੱਧੀਆਂ ਸਿੱਧੀਆਂ ਦਾ ਬਲ ਵੀ ਵਿਖਾਇਆ ਕਿ ਸਤਿਗੁਰੂ ਸਾਡੇ ਇਹਨਾਂ ਰਿੱਧੀਆਂ ਸਿੱਧੀਆਂ ਦੇ ਬਲ ਨੂੰ ਵੇਖ ਕੇ ਭਰਮ ਜਾਣਗੇ, ਪਰ ਗੁਰੂ ਨੂੰ ਕੌਣ ਭਰਮਾ ਸਕਦਾ ਹੈ, ਆਪ ਨਿਰੰਕਾਰ ਹਨ। ਸੋ ਆਓ ਪਿਆਰ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਸਿੱਧੀ ਮਨੇ ਵਿਚਾਰਿਆ, ਕਿਵੈ ਦਰਸ਼ਨ ਇਹ ਲੇਵੈ ਬਾਲਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚਰਚਾ ਹੋਈ, ਬਚਨ ਵਿਲਾਸ ਹੋਏ, ਸਿੱਧ ਨਿਰੁੱਤਰ ਹੋ ਗਏ। ਫਿਰ ਸਾਰੇ ਸਿੱਧਾਂ ਨੇ ਮਨ ਦੇ ਵਿੱਚ ਵਿਚਾਰਿਆ, ਉਹਨਾਂ ਨੇ ਸੋਚਿਆ, ਆਪੋ ਵਿੱਚ ਵੀ ਉਹਨਾਂ ਨੇ ਵਿਚਾਰ ਕੀਤੀ, ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਕਹਿੰਦੇ ਇਹ ਬਾਲਾ ਹੈ ਜਿਹੜਾ ਬਾਲ ਕੇ ਹੈ ਨਾ, ਮਹਾਰਾਜ ਨੂੰ ਬਾਲਾ ਹੀ ਕਹਿੰਦੇ ਸਨ। ਉਮਰਾਂ ਵਡੇਰੀਆਂ ਸੀ ਉਹਨਾਂ ਦੀਆਂ। ਗੁਰੂ ਨਾਨਕ ਸਾਹਿਬ ਜੀ ਨੂੰ ਉਹ ਚਾਹੁੰਦੇ ਸੀ ਕਿ ਇਹ ਸਾਡੇ ਭੇਖ ਵਿੱਚ ਆ ਜਾਣ। ਵਿਚਾਰਦੇ ਨੇ ਵੀ ਇਹ ਬਾਲਾ ਬਾਲਕ ਰੂਪ ਗੁਰੂ ਨਾਨਕ ਦੇਵ ਜੀ ਕਿਵੇਂ ਸਾਡੇ ਭੇਖ ਨੂੰ ਲੈ ਲੈਣ। ਦਰਸ਼ਨ ਦਾ ਅਰਥ ਇੱਥੇ ਹੈ ਭੇਖ। ਜਿਵੇਂ ਅਸੀਂ ਜੋਗੀ ਬਣੇ ਹੋਏ ਆ, ਇਹ ਕਿਵੇਂ ਜੋਗੀ ਬਣਨਗੇ? ਸਾਡੀ ਸਿੱਧ ਮੰਡਲੀ ਦੇ ਵਿੱਚ ਕਦੋਂ ਆਉਣਗੇ, ਕਿਵੇਂ ਆਉਣ? ਕੋਈ ਐਸਾ ਯਤਨ ਕਰੀਏ ਗੁਰੂ ਨਾਨਕ ਦੇਵ ਸਾਹਿਬ ਜੀ ਸਾਡੀ ਸਿੱਧ ਮੰਡਲੀ ਦੇ ਵਿੱਚ ਆ ਜਾਣ, ਸਾਡੇ ਭੇਖ ਨੂੰ ਧਾਰਨ ਕਰ ਲੈਣ। ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ। ਸਾਰੇ ਆਪਸ ਵਿੱਚ ਵਿਚਾਰ ਕਰਦੇ ਐ ਤੇ ਨਾਲ ਸੋਚਦੇ ਐ। ਕਹਿੰਦੇ ਜੇ ਇਹ ਜੋਗੀ ਬਣ ਗਏ, ਆਪਣੀ ਸਿੱਧ ਮੰਡਲੀ ਦੇ ਵਿੱਚ ਆ ਗਏ, ਤਾਂ ਇਹੋ ਜਿਹਾ ਜੋਗੀ ਕਲਯੁਗ ਦੇ ਇਸ ਸਮੇਂ ਦੇ ਵਿੱਚ ਸਾਡੇ ਭੇਖ ਨੂੰ ਰੁਸ਼ਨਾ ਦੇਵੇਗਾ। ਹਮਰੇ ਪੰਥ, ਸਾਡਾ ਜਿਹੜਾ ਪੰਥ ਹੈ ਨਾ, ਸਾਡਾ ਜਿਹੜਾ ਭੇਖ ਹੈ, ਇਸ ਭੇਖ ਨੂੰ ਰੁਸ਼ਨਾ ਦੇਵੇਗਾ। ਸਾਡੇ ਭੇਖ ਦਾ ਫਿਰ ਇਹ ਥਾਂ ਥਾਂ ਤੇ ਜਾ ਕੇ ਪ੍ਰਚਾਰ ਕਰੇਗਾ। ਸਾਡਾ ਭੇਖ ਬਹੁਤ ਵੱਡਾ ਬਣ ਜਾਵੇਗਾ। ਬਹੁਤ ਸਾਰੇ ਲੋਕ ਇਸ ਭੇਖ ਵਿੱਚ ਆ ਜਾਣਗੇ। ਚਾਰੇ ਪਾਸੇ ਜੋਗੀਆਂ ਸਿੱਧਾਂ ਦੀ ਹੀ ਜੈ ਜੈਕਾਰ ਹੋਵੇਗੀ। ਯਤਨ ਕਰਦੇ ਹੈ ਮਹਾਰਾਜ ਨੂੰ ਆਪਣੇ ਭੇਖ ਵਿੱਚ ਲਿਆਉਣ ਵਾਸਤੇ। ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉੱਠ ਚਾਲਾ। ਸਾਰਿਆਂ ਨੇ ਵਿਚਾਰ ਕਰਕੇ ਫਿਰ ਜਿਹੜਾ ਗੋਰਖਨਾਥ ਹੈ, ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇੱਕ ਖੱਪਰ ਦਿੱਤਾ। ਇਹਨਾਂ ਦੇ ਕੋਲ ਜਿਹੜੀ ਚਿੱਪੀ ਹੁੰਦੀ ਹੈ ਨਾ, ਉਹ ਚਿੱਪੀ, ਉਹ ਖੱਪਰ ਸੱਚੇ ਪਾਤਸ਼ਾਹ ਨੂੰ ਦਿੱਤਾ। ਤੇ ਗੋਰਖਨਾਥ ਕਹਿਣ ਲੱਗਾ, ਉਹ ਜਿਹੜਾ ਸਾਹਮਣੇ ਤਲਾਬ ਹੈ, ਉਸ ਤਾਲ ਤੋਂ ਤੁਸੀਂ ਪਾਣੀ ਭਰ ਕੇ ਲੈ ਕੇ ਆਓ। ਸੱਚੇ ਪਾਤਸ਼ਾਹ ਨੇ ਖੱਪਰ ਲਿਆ, ਪਾਣੀ ਭਰ ਲੈਵਣ ਉੱਠ ਚਾਲਾ। ਮਹਾਰਾਜ ਜੀ ਪਾਣੀ ਭਰਨ ਵਾਸਤੇ ਉੱਠ ਕੇ ਤੁਰ ਪਏ। ਉਧਰ ਨੂੰ ਤਾਲ ਵੱਲ ਨੂੰ ਤੁਰ ਕੇ ਗਏ ਹੈ ਮਹਾਰਾਜ। ਬਾਬਾ ਆਇਆ ਪਾਣੀਐ, ਡਿੱਠੇ ਰਤਨ ਜਵਾਹਰ ਲਾਲਾ। ਜਦ ਗੁਰੂ ਨਾਨਕ ਸਾਹਿਬ ਜੀ, ਗੁਰੂ ਬਾਬਾ ਜੀ ਤਾਲ ਦੇ ਉੱਤੇ ਆਏ ਨੇ, ਗੋਰਖਨਾਥ ਦਾ ਦਿੱਤਾ ਖੱਪਰ ਮਹਾਰਾਜ ਨੇ ਹੱਥ 'ਚ ਫੜਿਆ। ਸੱਚੇ ਪਾਤਸ਼ਾਹ ਕੀ ਵੇਖਦੇ ਨੇ? ਉਥੇ ਜਵਾਹਰ ਰਤਨ ਲਾਲ, ਪੂਰਾ ਤਲਾਬ ਜਵਾਹਰਾਤ ਰਤਨਾਂ ਤੇ ਲਾਲਾਂ ਦੇ ਨਾਲ ਭਰਿਆ ਹੋਇਆ ਹੈ। ਗੋਰਖਨਾਥ ਇਤਿਆਦਿਕ ਸਿੱਧਾਂ ਨੇ ਆਪਣੀ ਮਾਇਆ ਵਰਤਾ ਦਿੱਤੀ, ਰਿੱਧੀਆਂ ਸਿੱਧੀਆਂ ਦਾ ਬਲ ਵਰਤਾਇਆ।
ਜਿੰਨੇ ਉੱਥੇ ਕੰਕਰੀਟ ਸਨ, ਪੱਥਰ ਸਨ, ਉਹ ਸਾਰੇ ਰਤਨ ਜਵਾਹਰ ਲਾਲ ਬਣਾ ਦਿੱਤੇ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਵੇਖਣਗੇ ਤਾਂ ਭਰਮ ਜਾਣਗੇ। ਇਹਨਾਂ ਦੇ ਮਨ ਵਿੱਚ ਲਾਲਚ ਪੈਦਾ ਹੋ ਜਾਵੇਗਾ ਕਿ ਇਹ ਹੀਰੇ ਰਤਨ ਜਵਾਹਰਾਤ ਅਸੀਂ ਲੈ ਲਈਏ, ਤੇ ਇਸ ਤਰ੍ਹਾਂ ਮਾਇਆ ਸ਼ਕਤੀ ਵਿਖਾ ਕੇ ਇਹਨਾਂ ਨੂੰ ਆਪਣੇ ਭੇਖ ਦੇ ਵਿੱਚ ਲੈ ਆਈਏ। ਡਿੱਠੇ ਰਤਨ ਜਵਾਹਰ ਲਾਲਾ, ਮਹਾਰਾਜ ਨੇ ਰਤਨ ਜਵਾਹਰ ਲਾਲ ਉੱਥੇ ਵੇਖੇ। ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਭਰਮਾਉਣਾ ਚਾਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਤਾਂ ਅਗਮ, ਮਨ ਦੀ ਪਹੁੰਚ ਤੋਂ ਪਰੇ, ਅਗਾਧ ਡੂੰਘਾ ਜੋ ਪੁਰਖ ਪਰਮੇਸ਼ਰ ਹੈ ਨਾ, ਉਹਦਾ ਸਰੂਪ ਹਨ ਗੁਰੂ ਨਾਨਕ ਸਾਹਿਬ ਜੀ। ਅਗਮ ਅਗਾਧ ਪੁਰਖ ਹਨ ਗੁਰੂ ਨਾਨਕ ਸਾਹਿਬ ਜੀ। ਤੇ ਗੁਰੂ ਨਾਨਕ ਸਾਹਿਬ ਜੀ ਦੀ ਝਾਲ ਕੌਣ ਝੱਲ ਸਕਦਾ ਹੈ? ਕਿਹੜਾ ਝੱਲੇ ਗੁਰੂ ਦੀ ਝਾਲਾ। ਸੱਚੇ ਪਾਤਸ਼ਾਹ ਦੇ ਤੇਜ ਪ੍ਰਤਾਪ ਨੂੰ ਕੌਣ ਝੱਲ ਸਕਦਾ ਹੈ? ਇਹ ਮਾਇਆ ਸ਼ਕਤੀ ਵਿਖਾ ਕੇ ਮਹਾਰਾਜ ਨੂੰ ਭਰਮਾਉਣਾ ਚਾਹੁੰਦੇ ਐ। ਭਰਮ ਜਾਣਗੇ। ਸੱਚੇ ਪਾਤਸ਼ਾਹ ਨੂੰ ਕੋਈ ਨਹੀਂ ਭਰਮਾ ਸਕਦਾ। ਆਪ ਅਕਾਲ ਪੁਰਖ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਮਹਾਰਾਜ ਨੇ ਜਦੋਂ ਵੇਖਿਆ ਸਿੱਧਾਂ ਨੇ ਆਪਣੀ ਮਾਇਆ ਵਰਤਾ ਦਿੱਤੀ ਹੈ, ਹੀਰੇ ਰਤਨ ਜਵਾਹਰ ਹਨ ਇੱਥੇ ਤਾਲ ਤੇ। ਫਿਰ ਆਇਆ ਗੁਰ ਨਾਥ ਜੀ, ਪਾਣੀ ਠੌੜ ਨਹੀਂ ਉਸ ਤਾਲਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵਾਪਸ ਆ ਗਏ। ਖੱਪਰ ਉਦਾਂ ਹੀ ਲੈ ਕੇ, ਪਾਣੀ ਨਹੀਂ ਭਰਿਆ ਸੱਚੇ ਪਾਤਸ਼ਾਹ ਨੇ। ਉੱਥੇ ਤਾਂ ਰਤਨ ਜਵਾਹਰ ਲਾਲ ਬਣਾਤੇ ਸਨ ਉਹਨਾਂ ਨੇ। ਫਿਰ ਆਇਆ ਗੁਰੂ ਨਾਥ ਜੀ, ਮਹਾਰਾਜ ਵਾਪਸ ਆਏ ਤੇ ਆ ਕੇ ਮਹਾਰਾਜ ਕਹਿੰਦੇ ਐ ਨਾਥ ਜੀ, ਗੋਰਖਨਾਥ ਜੀ, ਪਾਣੀ ਠੌੜ ਨਹੀਂ ਉਸ ਤਾਲਾ। ਮਹਾਰਾਜ ਕਹਿੰਦੇ ਉਸ ਤਾਲ ਦੇ ਵਿੱਚ ਤਾਂ ਪਾਣੀ ਨਹੀਂ ਹੈ। ਫਿਰ ਗੋਰਖ ਕਹਿੰਦਾ ਹੈ, ਕਹਿੰਦਾ ਹੋਰ ਕੁਝ? ਮਹਾਰਾਜ ਕਹਿੰਦੇ ਹੋਰ ਕਿਸੇ ਪਾਸੇ ਤਾਂ ਸਾਡਾ ਧਿਆਨ ਹੀ ਨਹੀਂ ਗਿਆ। ਭਰਮਾਉਣਾ ਚਾਹੁੰਦਾ ਸੀ ਸਤਿਗੁਰੂ ਨੂੰ, ਪਰ ਸਤਿਗੁਰੂ ਨੇ ਐਸਾ ਜਵਾਬ ਦਿੱਤਾ, ਗੋਰਖ ਉਹਦੇ ਨਾਲ ਜਿੰਨੇ ਵੀ ਸਿੱਧ ਸੀ ਸਾਰੇ ਸ਼ਰਮਿੰਦੇ ਹੋ ਗਏ ਕਿ ਅਸੀਂ ਤਾਂ ਭਰਮਾਉਣਾ ਚਾਹੁੰਦੇ ਸੀ, ਪਰ ਇਹ ਤਾਂ ਭਰਮ ਹੀ ਨਹੀਂ। ਸੋ ਸੱਚੇ ਪਾਤਸ਼ਾਹ ਜੀ ਵਾਪਸ ਆ ਗਏ। ਇਸ ਤਰ੍ਹਾਂ ਸਿੱਧਾਂ ਨੇ ਇਹ ਛਲ ਕੀਤਾ ਸੀ ਕਿ ਸਾਡੇ ਛਲ ਦੇ ਵਿੱਚ ਆ ਜਾਣਗੇ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਕਲਮ ਦੇ ਨਾਲ ਸਿੱਧਾਂ ਦੇ ਇਹ ਮਾਇਆ ਸ਼ਕਤੀ ਜਿਵੇਂ ਵਰਤਾਈ ਸਾਰਾ ਜ਼ਿਕਰ ਕੀਤਾ ਹੈ। ਉੱਥੇ ਕਵੀ ਸੰਤੋਖ ਸਿੰਘ ਦੇ ਸ਼ਬਦ ਹਨ, ਖੱਪਰ ਦਿੱਤਾ ਨਾਥ ਨੇ, ਬਾਲੇ ਤਾਲ ਬਿਲੋਕ, ਪਾਣੀ ਆਨਹੁ ਤਹਾਂ ਤੇ, ਹੂਜੇ ਸਦਾ ਅਸੋਕ। ਲੇਕਰ ਗਮਨੇ ਤਾਲ ਢਿਗ, ਮਾਣਕ ਲਾਲ ਵਿਸਾਲ, ਪੂਰਨ ਸਰ ਅਵਲੋਕ ਕੈ, ਹਟ ਆਏ ਠਾਂਡੇ ਰਹੇ ਕਿਰਪਾਲ। ਜਗਮਗ ਜਗਮਗ ਕਰਤ ਹੈ, ਤਹਾਂ ਜਵਾਹਰ ਭੂਰ, ਗੋਰਖ ਕੋ ਛਲ ਜਾਨ ਕੈ, ਹਟ ਆਏ ਜਗ ਮੂਰ। ਮਹਾਰਾਜ ਨੇ ਗੋਰਖ ਦਾ ਛਲ ਜਾਣ ਕੇ ਨਾ ਸੱਚੇ ਪਾਤਸ਼ਾਹ ਵਾਪਸ ਆ ਗਏ। ਕਹਿਓ ਆਨ ਤਹਿ ਨੀਰ ਨਹਿ, ਖੱਪਰ ਲਿਹੋ ਸੰਭਾਲ। ਆ ਕੇ ਮਹਾਰਾਜ ਨੇ ਕਿਹਾ, ਗੋਰਖਨਾਥ ਜੀ ਉੱਥੇ ਪਾਣੀ ਨਹੀਂ ਹੈ, ਆ ਫੜੋ ਆਪਣਾ ਖੱਪਰ, ਇਹ ਚਿੱਪੀ ਫੜੋ, ਸਾਂਭ ਲਓ ਇਹਨੂੰ। ਕਹਿਓ ਆਨ ਤਹਿ ਨੀਰ ਨਹਿ, ਖੱਪਰ ਲਿਹੋ ਸੰਭਾਲ। ਬੈਠੇ ਬਹੁਰ ਸਮੀਪ ਹੋਏ, ਸ੍ਰੀ ਗੁਰ ਦੀਨ ਦਇਆਲ। ਫਿਰ ਮਹਾਰਾਜ ਬਹਿ ਗਏ। ਫਿਰ ਵਿਚਾਰ ਚਰਚਾ ਹੋਈ ਇਹਨਾਂ ਸਿੱਧਾਂ ਦੇ ਨਾਲ। ਕਈ ਸਵਾਲ ਕੀਤੇ, ਸੱਚੇ ਪਾਤਸ਼ਾਹ ਨੇ ਉਹਨਾਂ ਦੇ ਜਵਾਬ ਦਿੱਤੇ। ਭਾਈ ਗੁਰਦਾਸ ਸਾਹਿਬ ਜੀ ਅੱਗੇ ਫਰਮਾਉਂਦੇ ਐ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੇ ਆਪਣਾ ਪੰਥ ਨਿਰਾਲਾ। ਉਹ ਸਿੱਧ ਲੋਕ ਮਹਾਰਾਜ ਨੂੰ ਆਪਣੇ ਭੇਖ ਵਿੱਚ ਲਿਆਉਣਾ ਚਾਹੁੰਦੇ ਸੀ,
ਸੱਚੇ ਪਾਤਸ਼ਾਹ ਨੇ ਸ਼ਬਦ ਚਰਚਾ ਵਿਚਾਰ ਕਰਕੇ ਸਿੱਧਾਂ ਦੀ ਮੰਡਲੀ ਨੂੰ ਸ਼ਬਦ ਦੇ ਨਾਲ ਜਿੱਤ ਲਿਆ। ਕੀ ਤੋਸ ਆਪਣਾ ਪੰਥ ਨਿਰਾਲਾ, ਤੇ ਆਪਣਾ ਸਿੱਖ ਪੰਥ ਮਹਾਰਾਜ ਨੇ ਨਿਰਾਲਾ ਵੱਖਰਾ ਕੀਤਾ। ਮਹਾਰਾਜ ਕਹਿੰਦੇ ਇਹ ਵੱਖਰਾ ਹੈ ਸਾਰੀ ਦੁਨੀਆ ਤੋਂ। ਪ੍ਰਮਾਤਮਾ ਦਾ ਨਾਮ ਜਪਣਾ, ਪ੍ਰੇਮਾ ਭਗਤੀ ਕਰਨੀ, ਸ਼ੁਭ ਗੁਣਾਂ ਦੇ ਧਾਰਨੀ ਬਣਨਾ ਸਾਡਾ ਸਿਧਾਂਤ ਹੈ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਆਪਣਾ ਸਿੱਖ ਪੰਥ ਮਹਾਰਾਜ ਨੇ ਨਿਰਾਲਾ ਕੀਤਾ। ਮਹਾਰਾਜ ਕਹਿੰਦੇ ਨਾ ਇਹ ਕੰਨਾਂ 'ਚ ਮੁੰਦਰਾਂ ਪਾਉਂਦਾ ਹੈ, ਨਾ ਤਨ ਤੇ ਸੁਆਹ ਮਲਦਾ ਹੈ, ਨਾ ਖਫਣੀ ਪਾਉਂਦਾ ਹੈ, ਨਾ ਹੀ ਇਹ ਜੰਗਲਾਂ ਵਿੱਚ ਭਟਕਦਾ ਹੈ, ਨਾ ਹੀ ਇਹ ਪਹਾੜਾਂ ਦੇ ਵਿੱਚ ਭਟਕਦਾ ਹੈ। ਇਹ ਤਾਂ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਸੋ ਆਪਣਾ ਪੰਥ ਸਿੱਖ ਪੰਥ ਮਹਾਰਾਜ ਨੇ ਨਿਰਾਲਾ ਕੀਤਾ। ਕਲ ਯੁਗ ਨਾਨਕ ਨਾਮ ਸੁਖਾਲਾ। ਸੋ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਦੱਸਿਆ ਵੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹੀ ਸੁਖਾਲਾ, ਸੁਖ ਆਲਾ, ਸੁੱਖਾਂ ਦਾ ਘਰ ਹੈ। ਜਿਹਨੇ ਜਿਹਨੇ ਸਦੀਵੀ ਸੁੱਖ ਨੂੰ ਪਾਉਣਾ ਹੈ ਉਹ ਪਰਮਾਤਮਾ ਦਾ ਨਾਮ ਜਪੇ। ਇਉਂ ਸਾਧ ਸੰਗਤ ਸਿੱਧਾਂ ਦੀ ਮੰਡਲੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼ਬਦ ਦੀ ਬਰਕਤ ਦੇ ਨਾਲ ਜਿੱਤ ਕੇ ਉਹਨਾਂ ਸਾਰਿਆਂ ਨੂੰ ਨਿਰੁੱਤਰ ਕਰ ਦਿੱਤਾ। ਸਿਧਾਂਤ ਦੀ ਗੱਲ ਉਹਨਾਂ ਸਿੱਧਾਂ ਨੂੰ ਮਹਾਰਾਜ ਨੇ ਸਮਝਾਈ। ਹੁਣ ਅੱਗੇ ਭਾਈ ਗੁਰਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਮੱਕੇ ਦੀ ਯਾਤਰਾ ਦੀ ਗੱਲ ਕਰਦੇ ਹੈ। ਗੁਰੂ ਨਾਨਕ ਸਾਹਿਬ ਜੀ ਮੱਕੇ ਗਏ, ਕਿਵੇਂ ਸੱਚੇ ਪਾਤਸ਼ਾਹ ਨੇ ਉੱਥੇ ਕੌਤਕ ਵਰਤਾਇਆ, ਉਹ ਸਾਰਾ ਜ਼ਿਕਰ ਕਰ ਰਹੇ ਹਨ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਫਿਰ ਕਈ ਲੋਕਾਂ ਨੂੰ ਤਾਰ ਕੇ ਗੁਰੂ ਬਾਬਾ ਜੀ ਮੱਕੇ ਗਏ। ਨੀਲ ਬਸਤਰ ਧਾਰੇ ਬਨਵਾਰੀ, ਸੰਸਾਰ ਬੰਦ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਨੀਲੇ ਬਸਤਰ ਆਪਣੇ ਤਨ ਦੇ ਉੱਤੇ ਧਾਰਨ ਕੀਤੇ। ਉਦੋਂ ਹਾਜੀ ਲੋਕ ਜਿਹੜੇ ਮੱਕੇ ਹਜ ਕਰਨ ਜਾਂਦੇ ਸਨ ਉਹ ਨੀਲੇ ਬਸਤਰ ਧਾਰਨ ਕਰਦੇ ਸੀ। ਜਿਹੜਾ ਹਾਜੀਆਂ ਵਾਲਾ ਵੇਖ ਸੀ ਨਾ, ਮਹਾਰਾਜ ਜੀ ਨੇ ਉਹ ਵੇਖ ਧਾਰਿਆ ਮੱਕੇ ਜਾਣ ਵਾਸਤੇ। ਜਿਵੇਂ ਹਾਜੀਆਂ ਦਾ ਲਿਬਾਸ ਸੀ, ਪਹਿਰਾਵਾ ਸੀ, ਉਦਾਂ ਦਾ ਪਹਿਰਾਵਾ ਸਤਿਗੁਰੂ ਪਾਤਸ਼ਾਹ ਜੀ ਨੇ ਬਣਾ ਲਿਆ। ਆਸਾ ਹੱਥ ਕਿਤਾਬ ਕੱਛ, ਕੂਜਾ ਬਾਂਗ ਮੁਸੱਲਾ ਧਾਰੀ। ਹਾਜੀਆਂ ਦਾ ਲਿਬਾਸ ਹੁੰਦਾ ਸੀ, ਹੱਥ ਵਿੱਚ ਸੋਟਾ, ਕੱਛ ਕਿਤਾਬ ਹੁੰਦੀ ਸੀ, ਔਰ ਇਸੇ ਤਰ੍ਹਾਂ ਅਸਤਾਵਾ ਹੁੰਦਾ ਸੀ, ਲੋਟਾ, ਤੇ ਉਹ ਆਸਣ ਮੁਸੱਲਾ ਜਿਹੜਾ ਵਿਛਾ ਕੇ ਜਿਹਦੇ ਉੱਤੇ ਨਮਾਜ਼ ਪੜ੍ਹਦੇ ਹੈ ਔਰ ਬਾਂਗ ਦਿੰਦੇ ਹੈ। ਸੋ ਮਹਾਰਾਜ ਨੇ ਵੀ ਇਹ ਚੀਜ਼ਾਂ ਲੈ ਲਈਆਂ। ਆਸਾ ਹੱਥ ਵਿੱਚ ਇੱਕ ਸੋਟਾ ਫੜ ਲਿਆ ਔਰ ਇੱਕ ਕਿਤਾਬ ਕੱਛ 'ਚ ਲੈ ਲਈ, ਔਰ ਇਸੇ ਤਰ੍ਹਾਂ ਅਸਤਾਵਾ ਲੋਟਾ ਔਰ ਬਾਂਗ ਮੁਸੱਲਾ ਧਾਰੀ। ਤੇ ਆਸਣ ਜਿਹੜਾ ਮੁਸੱਲਾ ਹੁੰਦਾ, ਜਿਹੜਾ ਵਿਛਾਉਂਦੇ ਆ ਨਾ ਆਸਣ, ਕੱਪੜਾ ਉਹਦੇ ਤੇ ਉਹ ਵਿਛਾ ਕੇ ਉਹਦੇ ਉੱਤੇ ਬੈਠ ਕੇ ਫਿਰ ਨਮਾਜ਼ ਪੜ੍ਹਦੇ ਆ ਮੁਸਲਮਾਨ ਲੋਕ, ਉਹ ਮੁਸੱਲਾ ਵੀ ਲੈ ਲਿਆ ਮਹਾਰਾਜ ਨੇ। ਸੋ ਇਹ ਐਸਾ ਲਿਬਾਸ ਸਤਿਗੁਰੂ ਨੇ ਬਣਾਇਆ। ਬੈਠਾ ਜਾਏ ਮਸੀਤ ਵਿੱਚ, ਜਿੱਥੇ ਹਾਜੀ ਹਜ ਗੁਜ਼ਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨਾ ਜੀ ਨਾਲ ਹਨ। ਸਾਡੇ ਇਤਿਹਾਸਕਾਰਾਂ ਨੇ ਭਾਈ ਬਾਲੇ ਦਾ ਵੀ ਜ਼ਿਕਰ ਕੀਤਾ ਹੈ, ਭਾਈ ਬਾਲਾ ਜੀ ਵੀ ਨਾਲ ਹਨ। ਮਹਾਰਾਜ ਜੀ ਮੱਕੇ ਜਾ ਕਰਕੇ ਮਸੀਤ ਵਿੱਚ ਬੈਠ ਗਏ। ਜਿੱਥੇ ਹਾਜੀ ਹਜ ਗੁਜ਼ਾਰੀ, ਜਿੱਥੇ ਹਾਜੀ ਲੋਕ ਜਾ ਕੇ ਹਜ ਕਰਦੇ ਆ, ਉਸ ਮਸੀਤ ਵਿੱਚ ਜਿਹੜਾ ਇਸਲਾਮੀ ਧਰਮ ਦਾ ਪ੍ਰਮੁੱਖ ਅਸਥਾਨ ਹੈ ਕਾਬਾ, ਉੱਥੇ ਮਸੀਤ ਵਿੱਚ ਮਹਾਰਾਜ ਜੀ ਜਾ ਬੈਠੇ ਹੈ। ਜਾ ਬਾਬਾ ਸੁੱਤਾ ਰਾਤ ਨੂੰ, ਵੱਲ ਮਹਿਰਾਬੇ ਪਾਏ ਪਸਾਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਦੋਂ ਰਾਤ ਪਈ, ਗੁਰੂ ਬਾਬਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁੱਤੇ ਨੇ। ਵੱਲ ਮਹਿਰਾਬੇ ਪਾਏ ਪਸਾਰੀ, ਮਹਿਰਾਬੇ ਕਹਿੰਦੇ ਹੈ ਮੱਕੇ ਦੀ ਉਹ ਥਾਂ ਜਿੱਧਰ ਸਾਰੇ ਲੋਕ ਸਿਜਦਾ ਕਰਦੇ ਹੈ। ਮਹਿਰਾਬ ਉਹ ਡਾਟ
ਜਿੱਧਰ ਨੂੰ ਮੁਖ ਕਰਕੇ ਸਾਰੇ ਸਿਜਦਾ ਕਰਦੇ ਹਨ। ਮਹਾਰਾਜ ਜੀ ਜਦੋਂ ਰਾਤ ਨੂੰ ਸੁੱਤੇ ਤੇ ਸੱਚੇ ਪਾਤਸ਼ਾਹ ਨੇ ਉਸ ਡਾਟ ਵੱਲ ਜਿੱਧਰ ਸਾਰੇ ਸਿਜਦਾ ਕਰਦੇ ਹੈ, ਭਾਵ ਕਾਬੇ ਵੱਲ, ਮਹਾਰਾਜ ਨੇ ਆਪਣੇ ਪਾਏ ਪਸਾਰੀ, ਪੈਰ ਪਸਾਰ ਕੇ, ਆਪਣੇ ਚਰਨ ਉਧਰ ਨੂੰ ਪਸਾਰ ਕੇ ਸੱਚੇ ਪਾਤਸ਼ਾਹ ਜੀ ਸੌਂ ਗਏ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਮਹਾਰਾਜ ਜੀ ਜਦੋਂ ਉਧਰ ਨੂੰ ਚਰਨ ਕਰਕੇ ਸੁੱਤੇ ਪਏ ਨੇ, ਸੱਚੇ ਪਾਤਸ਼ਾਹ ਦਾ ਖਾਲਸਾ ਜੀ ਇਹ ਜਿਹੜਾ ਕੌਤਕ ਹੈ, ਇਹ ਸਿੱਖਿਆ ਦੇਣ ਵਾਸਤੇ ਸੀ ਉਹਨਾਂ ਲੋਕਾਂ ਨੂੰ। ਮਹਾਰਾਜ ਦਾ ਮਕਸਦ ਇਹ ਨਹੀਂ ਸੀ ਕਿ ਕਿਸੇ ਦੇ ਧਰਮ ਸਥਾਨ ਦੀ ਤੌਹੀਨ ਕੀਤੀ ਜਾਏ, ਨਿਰਾਦਰ ਕੀਤਾ ਜਾਏ, ਬਿਲਕੁਲ ਨਹੀਂ। ਸਿਰਫ ਮਹਾਰਾਜ ਨੇ ਉਹਨਾਂ ਨੂੰ ਸਿੱਖਿਆ ਦੇਣੀ ਸੀ। ਪਰਮਾਤਮਾ ਸਾਰੀਆਂ ਥਾਵਾਂ ਤੇ ਹੈ, ਹਰ ਥਾਂ ਤੇ ਵਸਦਾ ਹੈ, ਉਹਨੂੰ ਇੱਕ ਦਿਸ਼ਾ ਦੇ ਵਿੱਚ ਸਥਾਪਿਤ ਨਹੀਂ ਕੀਤਾ ਜਾ ਸਕਦਾ। ਬਾਣੀ ਦੇ ਅਸੀਂ ਬਚਨ ਪੜ੍ਹਦੇ ਹਾਂ ਨਾ, ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲੇ ਮੁਕਾਮਾ, ਦਿਲ ਮਹਿ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਸਿੱਖਿਆ ਦਿੱਤੀ ਹੈ। ਲੋਕਾਂ ਨੇ ਦਿਸ਼ਾਵਾਂ ਵੰਡ ਲਈਆਂ ਸਨ। ਕਲਗੀਧਰ ਮਹਾਰਾਜ ਜੀ ਦੇ ਵੀ ਅਸੀਂ ਬਚਨ ਪੜ੍ਹਦੇ ਹਾਂ, ਕਾਹੂ ਲਖਿਓ ਹਰ ਅਵਾਚੀ ਦਿਸ਼ਾ, ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ। ਕੋਈ ਪੂਰਬ ਵੱਲ ਜਾਣਦਾ ਹੈ ਉਹਨੂੰ, ਕੋਈ ਕਹਿੰਦਾ ਨਹੀਂ ਖੁਦਾ ਪੱਛਮ ਵੱਲ ਹੈ। ਮਹਾਰਾਜ ਕਹਿੰਦੇ ਉਹ ਤਾਂ ਸਾਰੀਆਂ ਥਾਵਾਂ ਤੇ ਹੈ। ਇਹ ਭਰਮ ਉਹਨਾਂ ਦਾ ਕੱਢਣਾ ਸੀ ਵੀ ਰੱਬ ਇੱਕ ਥਾਂ ਤੇ ਨਹੀਂ। ਪਾਤਸ਼ਾਹ ਜੀ ਇਹ ਕੌਤਕ ਕਰ ਰਹੇ ਨੇ। ਮਹਾਰਾਜ ਜੀ ਜਦ ਮਹਿਰਾਬੇ ਵੱਲ, ਪਾਤਸ਼ਾਹ ਜੀ ਕਾਬੇ ਵੱਲ ਆਪਣੇ ਚਰਨ ਪਸਾਰ ਕੇ ਸੁੱਤੇ ਨੇ। ਜੀਵਨ ਮਾਰੀ ਲੱਤ ਦੀ, ਇੱਕ ਜੀਵਨ ਨਾਮ ਸੀ ਮੁੱਲਾਂ ਦਾ। ਭਾਈ ਵੀਰ ਸਿੰਘ ਨੇ ਜ਼ਿਕਰ ਕੀਤਾ ਹੈ, ਕਹਿੰਦੇ ਹੋ ਸਕਦਾ ਹੈ ਇਹ ਹਿੰਦੁਸਤਾਨ ਤੋਂ ਗਿਆ ਹੋਵੇ, ਕਿਉਂਕਿ ਖਾਸ ਕਰਕੇ ਹਿੰਦੁਸਤਾਨ ਦੇ ਕਹਿੰਦੇ ਬਹੁਤ ਸਾਰੇ ਲੋਕ ਜਿਵੇਂ ਤੀਰਥਾਂ ਤੇ ਧਰਮ ਸਥਾਨਾਂ ਤੇ ਜਾ ਕੇ ਰਹਿਣ ਲੱਗ ਪੈਂਦੇ ਹੈ, ਬੈਰਾਗੀ ਸੰਨਿਆਸੀ ਵਿਰਕਤ ਬਣ ਕੇ ਉੱਥੇ ਜੀਵਨ ਗੁਜ਼ਾਰਦੇ ਹੈ। ਇਹ ਨਾਮ ਤੋਂ ਕਹਿੰਦੇ ਇਦਾਂ ਪ੍ਰਤੀਤ ਹੁੰਦਾ ਹੈ ਇਹ ਕੋਈ ਹਿੰਦ ਤੋਂ ਗਿਆ ਸੀ ਤੇ ਉੱਥੇ ਰਹਿਣ ਲੱਗ ਪਿਆ, ਇਸਲਾਮ ਦੀਆਂ ਸਿੱਖਿਆਵਾਂ ਨੂੰ ਮੰਨ ਕੇ ਤੇ ਉੱਥੇ ਹੀ ਰਹਿੰਦਾ ਹੈ। ਸੋ ਜੀਵਨ ਨਾਮੇ ਜਿਹੜਾ ਮੁੱਲਾ ਸੀ, ਉਹਨੇ ਵੇਖਿਆ ਰਾਤ ਨੂੰ, ਉਹਨੇ ਵੇਖਿਆ ਵੀ ਇਹ ਕੌਣ ਹੈ ਜਿਹੜਾ ਕਾਬੇ ਵੱਲ ਲੱਤਾਂ ਕਰਕੇ ਇਧਰ ਨੂੰ ਪੈਰ ਕਰਕੇ ਲੰਮਾ ਪਿਆ ਹੋਇਆ ਹੈ। ਉਹਨੇ ਪੁੱਛਿਆ ਗਿੱਛਿਆ ਕੁਝ ਨਹੀਂ, ਝਾਟੀ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਜ਼ੋਰ ਦੀ ਲੱਤ ਮਾਰੀ ਹੈ। ਬੜੀ ਤੇਜ਼ੀ ਦੇ ਨਾਲ ਜ਼ੋਰ ਦੀ ਲੱਤ ਦਾ ਵਾਰ ਸਤਿਗੁਰੂ ਤੇ ਕੀਤਾ ਹੈ, ਵੱਟ ਕੇ ਉਸਨੇ ਲੱਤ ਮਾਰੀ। ਕਿਹੜਾ ਸੁੱਤਾ ਕੁਫਰ ਕੁਫਾਰੀ, ਤੇ ਲੱਤ ਮਾਰ ਕੇ ਮਹਾਰਾਜ ਨੂੰ ਕਹਿੰਦਾ ਵੀ ਕਿਹੜਾ ਕਾਫਰ ਇੱਥੇ ਸੁੱਤਾ ਪਿਆ ਹੈ। ਕੁਫਰ ਕੁਫਾਰੀ, ਖੁਦਾ ਨੂੰ ਨਾ ਮੰਨਣ ਵਾਲਾ, ਕੁਫਾਰੀ ਨਾ ਸ਼ੁਕਰਾ। ਕਹਿੰਦਾ ਕੌਣ ਹੈ ਨਾ ਸ਼ੁਕਰਾ, ਜਿਹੜਾ ਕਾਫਰ ਇੱਥੇ ਖੁਦਾ ਦੇ ਘਰ ਵੱਲ ਲੱਤਾਂ ਕਰਕੇ, ਖੁਦਾ ਦੇ ਵੱਲ ਲੱਤਾਂ ਕਰਕੇ ਲੰਮਾ ਪਿਆ ਹੋਇਆ ਹੈ। ਲੱਤਾਂ ਵੱਲ ਖੁਦਾਏ ਦੇ, ਕਿਉਂ ਕਰ ਪਿਆ ਹੋਏ ਬਜਗਾਰੀ। ਜਦੋਂ ਲੱਤ ਮਾਰੀ, ਸਤਿਗੁਰੂ ਪਾਤਸ਼ਾਹ ਜੀ ਨੇ ਸੁਭਾਵਕ ਵੇਖਿਆ ਹੈ ਜੀਵਨ ਵੱਲ। ਮਹਾਰਾਜ ਪੁੱਛਦੇ ਹੈ ਭਾਈ ਤੂੰ ਲੱਤਾਂ ਕਿਉਂ ਮਾਰਦਾ ਹੈ? ਕਹਿੰਦਾ ਤੁਹਾਨੂੰ ਨਹੀਂ ਪਤਾ, ਤੁਸੀਂ ਖੁਦਾ ਦੇ ਵੱਲ ਲੱਤਾਂ ਕੀਤੀਆਂ ਨੇ, ਲੱਤਾਂ ਵੱਲ ਖੁਦਾਏ ਦੇ। ਤੁਸੀਂ ਖੁਦਾ ਵੱਲ, ਰੱਬ ਵੱਲ ਲੱਤਾਂ ਕਰਕੇ ਪਏ ਹੋ। ਕਿਉਂ ਕਰ ਪਿਆ ਹੋਏ ਬਜਗਾਰੀ, ਤੇ ਬਜਗਾਰੀ ਪਾਪੀ ਢੀਠ ਬਣ ਕਰਕੇ ਤੁਸੀਂ ਇਸ ਤਰ੍ਹਾਂ ਪਏ ਹੋਏ ਹੋ। ਜਦ ਸੱਚੇ ਪਾਤਸ਼ਾਹ ਨੂੰ ਇਹ ਗੱਲ ਕਹੀ ਵੀ ਇਧਰ ਖੁਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੰਗਾ ਭਾਈ ਫਿਰ ਜਿੱਧਰ ਖੁਦਾ ਨਹੀਂ ਹੈ ਸਾਡੀਆਂ ਲੱਤਾਂ ਉਧਰ ਨੂੰ ਕਰ ਦੇ। ਜਦ ਮਹਾਰਾਜ ਨੇ ਇਹ ਵਚਨ ਕਹੇ, ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਜੀਵਨ ਨਾਮੇ ਉਸ ਮੁੱਲੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਟੰਗੋਂ ਪਕੜ ਘਸੀਟਿਆ, ਹਜੂਰ ਦੀਆਂ ਲੱਤਾਂ ਨੂੰ ਫੜ ਕੇ ਤੇ ਦੂਸਰੇ ਪਾਸੇ ਵੱਲ ਨੂੰ ਘਸੀਟਿਆ, ਖਿੱਚਿਆ। ਤੇ ਜਦੋਂ ਨੇ ਮਹਾਰਾਜ ਦੇ ਮੁਬਾਰਕ ਚਰਨਾਂ ਨੂੰ ਫੜ ਕੇ ਦੂਸਰੇ ਪਾਸੇ ਘਸੀਟਣਾ ਕੀਤਾ,
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਫਿਰਿਆ ਮੱਕਾ ਕਲਾ ਦਿਖਾਰੀ। ਸੱਚੇ ਪਾਤਸ਼ਾਹ ਨੇ ਐਸੀ ਕਲਾ ਐਸੀ ਸ਼ਕਤੀ ਵਿਖਾਈ, ਮੱਕਾ ਫਿਰ ਗਿਆ। ਉਹ ਜੀਵਨ ਵੇਖਦਾ ਹੈ, ਮੱਕਾ ਦੂਸਰੇ ਪਾਸੇ ਹੋ ਗਿਆ, ਉਹ ਦੂਜੇ ਪਾਸੇ ਕਰਦਾ ਹੈ ਮਹਾਰਾਜ ਦੇ ਮੁਬਾਰਕ ਚਰਨਾਂ ਨੂੰ, ਲੱਤਾਂ ਨੂੰ, ਮੱਕਾ ਉਧਰ ਨੂੰ ਘੁੰਮ ਜਾਂਦਾ ਹੈ। ਹੈਰਾਨ ਹੋ ਗਿਆ ਇਹ ਕੀ ਬਣਿਆ। ਉਸੇ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਡਿੱਗ ਪੈਂਦਾ ਹੈ। ਇਹ ਗੱਲ ਉੱਥੇ ਆਸ-ਪਾਸ ਸਾਰੇ ਫੈਲ ਗਈ। ਕਾਜੀ ਮੁੱਲਾ ਲੋਕ ਜਿੰਨੇ ਸੀ ਸਾਰੇ ਇਕੱਠੇ ਹੋ ਕੇ ਆ ਗਏ। ਫਿਰ ਮਹਾਰਾਜ ਦੇ ਨਾਲ ਉਹ ਵਿਚਾਰ ਕਰਦੇ ਐ, ਸਤਿਗੁਰੂ ਤੋਂ ਬਚਨ ਸੁਣਦੇ ਐ। ਮਹਾਰਾਜ ਜੀ ਉਹਨਾਂ ਨੂੰ ਫਿਰ ਜਿਵੇਂ ਜਿਵੇਂ ਉਹ ਸਵਾਲ ਕਰਦੇ ਆ ਨਾ, ਉਹਨਾਂ ਨੂੰ ਦੱਸਦੇ ਐ। ਭਾਈ ਗੁਰਦਾਸ ਸਾਹਿਬ ਨੇ ਇੱਥੇ ਜਿਹੜੇ ਸ਼ਬਦ ਲਿਖੇ ਨੇ, ਫਿਰਿਆ ਮੱਕਾ ਕਲਾ ਦਿਖਾਰੀ। ਕਈ ਮੁਸਲਮਾਨ ਵੀਰ ਵੀ ਇਸ ਗੱਲ ਨੂੰ ਨਹੀਂ ਮੰਨਦੇ ਵੀ ਮੱਕਾ ਕਿਵੇਂ ਫਿਰ ਗਿਆ। ਜਦੋਂ ਅਸੀਂ ਭਾਈ ਵੀਰ ਸਿੰਘ ਦੀਆਂ ਲਿਖਤਾਂ ਪੜ੍ਹਦੇ ਹਾਂ, ਭਾਈ ਵੀਰ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਜਿਹੜੀ ਹੇਠਾਂ ਟੂਕ ਦਿੱਤੀ ਹੈ ਨਾ, ਉਹਦੇ ਵਿੱਚ ਇਸਲਾਮ ਦੀ ਤਾਰੀਖ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਇਸਲਾਮੀ ਤਾਰੀਖ ਦੇ ਵਿੱਚ ਵੀ ਇਹ ਗੱਲ ਹੈ ਕਿ ਮੱਕਾ ਇੱਕ ਵਾਰ ਨਹੀਂ ਕਈ ਵਾਰ ਆਪਣੇ ਥਾਂ ਤੋਂ ਹਿੱਲਿਆ ਹੈ, ਉਹ ਫਿਰਿਆ ਹੈ। ਰਾਬੀਆ ਦਾ ਵੀ ਜ਼ਿਕਰ ਆਉਂਦਾ ਹੈ, ਲਿਖਤਾਂ ਵੀ ਔਰ ਰਵਾਇਤ ਵੀ ਇਹ ਗੱਲ ਕਹਿੰਦੀ ਹੈ ਵੀ ਰਾਬੀਆ ਵਾਸਤੇ ਵੀ ਮੱਕਾ ਚੱਲ ਕੇ ਗਿਆ ਸੀ। ਸੋ ਇਸਲਾਮੀ ਤਵਾਰੀਖ ਦੇ ਵਿੱਚ ਵੀ ਐਸੇ ਜਿਹੜੇ ਬਚਨ ਨੇ ਉਹ ਸਾਨੂੰ ਪੜ੍ਹਨ ਤੇ ਸੁਣਨ ਨੂੰ ਮਿਲਦੇ ਹੈ। ਸੋ ਕਈ ਕਹਿਣਗੇ ਜੀ ਮਨ ਫੇਰਿਆ, ਜੇ ਮਨ ਫੇਰੇ ਦੀ ਗੱਲ ਹੁੰਦੀ ਭਾਈ ਗੁਰਦਾਸ ਨੂੰ ਮੱਕਾ ਲਿਖਣ ਦੀ ਲੋੜ ਹੀ ਨਹੀਂ ਸੀ, ਫਿਰ ਤਾਂ ਸੌਖਾ ਸੀ ਲਿਖ ਦਿੰਦੇ ਫਿਰਿਆ ਮਨ ਕਲਾ ਦਿਖਾਰੀ, ਵੀ ਸਾਰਿਆਂ ਦੇ ਮਨ ਫਿਰ ਗਏ। ਸੋ ਭਾਈ ਸਾਹਿਬ ਨੇ ਮੱਕਾ ਸ਼ਬਦ ਲਿਖਿਆ ਹੈ ਇਸ ਲਈ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਵੇਲੇ ਤੋਂ ਸਿੱਖੀ ਧਾਰਨ ਕੀਤੀ, ਗੁਰੂ ਰਾਮਦਾਸ ਮਹਾਰਾਜ ਦੇ ਹਜ਼ੂਰ ਰਹੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਰਹੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਹਿਲੇ ਲਿਖਾਰੀ ਹਨ ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੇ ਸਾਰੀ ਬਾਣੀ ਆਪਣੀ ਕਲਮ ਦੇ ਨਾਲ ਲਿਖੀ। ਸੋ ਐਸੇ ਮਹਾਨ ਲਿਖਾਰੀ ਨੇ, ਉਹਨਾਂ ਦੀ ਲਿਖਤ ਤੇ ਪੂਰਨ ਸ਼ਰਧਾ ਭਰੋਸਾ ਸਾਨੂੰ ਹੋਣਾ ਚਾਹੀਦਾ ਹੈ। ਫਿਰਿਆ ਮੱਕਾ ਕਲਾ ਦਿਖਾਰੀ, ਸੋ ਮੱਕਾ ਫਿਰਿਆ, ਐਸੀ ਮਹਾਰਾਜ ਨੇ ਸ਼ਕਤੀ ਵਿਖਾਈ। ਹੋਏ ਹੈਰਾਨ ਕਰੇਨ ਜੁਹਾਰੀ, ਸਾਰੇ ਲੋਕ ਹੈਰਾਨ ਹੋ ਕਰਕੇ ਜਿੰਨੇ ਵੀ ਕਾਜੀ ਮੁੱਲਾ ਸੀ ਮਹਾਰਾਜ ਨੂੰ ਨਮਸਕਾਰਾਂ ਕਰਨ ਲੱਗੇ। ਸਤਿਗੁਰੂ ਪਾਤਸ਼ਾਹ ਨੇ ਤਾਂ ਇਹੀ ਸਮਝਾਉਣਾ ਸੀ, ਇਸ ਭਰਮ ਚੋਂ ਕੱਢਣਾ ਸੀ ਕਿ ਖੁਦਾ ਇੱਕ ਪਾਸੇ ਨਹੀਂ, ਉਹ ਤਾਂ ਚਾਰੇ ਹੀ ਪਾਸੇ ਹੈ, ਸਾਰੀਆਂ ਦਿਸ਼ਾਵਾਂ ਦੇ ਵਿੱਚ ਹੈ, ਉਹਨੂੰ ਚੇਤੇ ਕਰੋ। ਹੁਣ ਅਗਲੀ ਪੌੜੀ ਵਿੱਚ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ, ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ। ਫਿਰ ਬਹੁਤ ਸਾਰੇ ਕਾਜੀ ਤੇ ਮੁੱਲਾ ਇਕੱਠੇ ਹੋ ਕੇ ਮਹਾਰਾਜ ਦੇ ਕੋਲ ਆ ਗਏ ਤੇ ਸੱਚੇ ਪਾਤਸ਼ਾਹ ਨੂੰ ਈਮਾਨ ਦੀ, ਮਜ਼ਹਬ ਦੀ ਗੱਲ ਪੁੱਛਣ ਲੱਗੇ, ਧਰਮ ਦੀ ਗੱਲ ਪੁੱਛਣ ਲੱਗੇ। ਵੱਡਾ ਸੰਗ ਵਰਤਾਇਆ ਲਖ ਨਾ ਸਕੈ ਕੁਦਰਤ ਕੋਈ। ਆ ਕੇ ਮਹਾਰਾਜ ਨੂੰ ਕਹਿੰਦੇ, ਮਹਾਰਾਜ ਤੁਸੀਂ ਬਹੁਤ ਵੱਡਾ ਕੌਤਕ ਵਰਤਾ ਦਿੱਤਾ ਹੈ, ਇਹ ਬਹੁਤ ਵੱਡਾ ਕੌਤਕ ਤੁਸੀਂ ਵਿਖਾਇਆ ਹੈ, ਤੁਹਾਡੀ ਕੁਦਰਤ ਨੂੰ, ਸ਼ਕਤੀ ਨੂੰ ਕੋਈ ਨਹੀਂ ਜਾਣ ਸਕਦਾ, ਐਸਾ ਕਦੀ ਅਸੀਂ ਨਹੀਂ ਦੇਖਿਆ। ਪੁੱਛਨ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਫਿਰ ਆਪਣੀ ਕਿਤਾਬ ਨੂੰ ਫਰੋਲ ਕੇ ਕਾਜੀ ਤੇ ਮੁੱਲਾ ਗੁਰੂ ਨਾਨਕ ਦੇਵ ਸਾਹਿਬ ਨੂੰ ਪੁੱਛਣ ਲੱਗੇ, ਕਹਿੰਦੇ ਮਹਾਰਾਜ ਸਾਨੂੰ ਇਹ ਦੱਸੋ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ, ਹਿੰਦੂ ਮਜ਼ਹਬ ਵੱਡਾ ਹੈ ਕਿ ਮੁਸਲਮਾਨ ਮਜ਼ਹਬ ਵੱਡਾ ਹੈ, ਤੁਸੀਂ ਦੱਸੋ ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਵੱਡਾ ਹੈ। ਗੁਰੂ ਬਾਬਾ ਜੀ ਨੇ ਕੀ ਜਵਾਬ ਦਿੱਤਾ, ਬਾਬਾ ਆਖੇ ਹਾਜੀਆਂ ਸੁਭ ਅਮਲਾਂ ਬਾਝੋਂ ਦੋਨੋਂ ਰੋਈ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਹਾਜੀਆਂ ਨੂੰ, ਉੱਥੇ ਹੋਰ ਹਾਜੀ ਬੜੇ ਸੀ, ਬਹਾਵਲਦੀਨ ਦਾ ਜਿਹੜਾ ਬਹਾਵਲਪੁਰ ਦਾ ਜਿਹੜਾ ਪੀਰ ਸੀ ਉਹ ਵੀ ਸੀ ਉੱਥੇ, ਔਰ ਇਸੇ ਹੀ ਤਰ੍ਹਾਂ ਰੁਕਨਦੀਨ, ਪੀਰ ਜਲਾਲ, ਇਹ ਉੱਥੇ ਸਨ, ਹਜ ਕਰਨ ਵਾਲੇ ਉੱਥੇ ਹਾਜੀ ਬਣ ਕੇ ਗਏ।
ਇਹ ਸਾਰੇ ਤੇ ਹੋਰ ਕਾਜੀ ਮੁੱਲਾਂ ਜਿਹੜੇ ਨੇ, ਉਹਨਾਂ ਨੇ ਜਦ ਪੁੱਛਿਆ ਵੀ ਹਿੰਦੂ ਮਜ਼ਹਬ ਵੱਡਾ ਹੈ ਕਿ ਮੁਸਲਮਾਨ, ਹਿੰਦੂ ਵੱਡੇ ਨੇ ਜਾਂ ਮੁਸਲਮਾਨ, ਬਾਬਾ ਆਖੇ ਹਾਜੀਆਂ। ਮਹਾਰਾਜ ਨੇ ਹਾਜੀਆਂ ਨੂੰ ਕਿਹਾ, ਭਾਈ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਮਹਾਰਾਜ ਜੀ ਕਹਿੰਦੇ ਸ਼ੁਭ ਅਮਲਾਂ ਤੋਂ ਬਿਨਾਂ, ਸ਼ੁਭ ਕਰਮ ਕੀਤੇ ਤੋਂ ਬਗੈਰ, ਚੰਗੇ ਅਮਲ ਕੀਤੇ ਤੋਂ ਬਗੈਰ ਦੋਵੇਂ ਹੀ ਰੋਣਗੇ, ਭਾਵੇਂ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ। ਪਾਤਸ਼ਾਹ ਕਹਿੰਦੇ ਵੱਡੇ ਛੋਟੇ ਦੀ ਗੱਲ ਨਹੀਂ, ਗੱਲ ਤਾਂ ਜੀਵਨ ਦੀ ਕਰਨੀ ਦੀ ਹੈ। ਕਿਹੜਾ ਬੰਦਾ ਕੀ ਕਰਨੀ ਕਰ ਰਿਹਾ ਹੈ। ਜੇ ਕੋਈ ਮੁਸਲਮਾਨ ਹੋ ਕੇ ਰੱਬ ਦਾ ਨਾਂ ਨਹੀਂ ਜਪਦਾ, ਪਾਪ ਕਰਦਾ ਹੈ, ਉਹ ਬਖਸ਼ਿਆ ਨਹੀਂ ਜਾਵੇਗਾ। ਜੇ ਹਿੰਦੂ ਹੋ ਕੇ ਕੋਈ ਪਾਪ ਕਰਮ ਕਰ ਰਿਹਾ ਹੈ, ਕਰਮ ਚੰਗੇ ਨਹੀਂ ਕਰਦਾ, ਉਹ ਵੀ ਨਹੀਂ ਬਖਸ਼ਿਆ ਜਾਣਾ। ਉਹਨੂੰ ਉਹਦੀ ਕੀਤੀ, ਉਹਦੇ ਕਰਮਾਂ ਦਾ ਫਲ ਮਿਲੇਗਾ। ਤੋ ਪਾਤਸ਼ਾਹ ਜੀ ਕਹਿੰਦੇ ਸ਼ੁਭ ਅਮਲਾਂ ਤੋਂ ਬਿਨਾਂ ਦੋਵੇਂ ਹੀ ਰੋਣਗੇ। ਹਿੰਦੂ ਮੁਸਲਮਾਨ ਦੋਏ, ਦਰਗਹਿ ਅੰਦਰ ਲਹਿਨ ਨਾ ਢੋਈ। ਹਿੰਦੂ ਤੇ ਮੁਸਲਮਾਨ ਮਹਾਰਾਜ ਕਹਿੰਦੇ ਇਹ ਦੋਵੇਂ ਸ਼ੁਭ ਅਮਲਾਂ ਤੋਂ ਬਿਨਾਂ, ਨਾਮ ਜਪੇ ਤੋਂ ਬਗੈਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਢੋਈ ਨਹੀਂ ਪ੍ਰਾਪਤ ਕਰ ਸਕਣਗੇ। ਰੱਬ ਦੀ ਦਰਗਾਹ ਦੇ ਵਿੱਚ ਇਹਨਾਂ ਨੂੰ ਥਾਂ ਨਹੀਂ ਮਿਲੇਗੀ ਜੇ ਅਮਲ ਚੰਗੇ ਨਹੀਂ, ਇਹਨਾਂ ਦੇ ਕਰਮ ਚੰਗੇ ਨਹੀਂ। ਕੱਚਾ ਰੰਗ ਕਸੁੰਭ ਦਾ, ਪਾਣੀ ਧੋਤੇ ਥਿਰ ਨਾ ਰਹੋਈ। ਸੱਚੇ ਪਾਤਸ਼ਾਹ ਨੇ ਨਾਲ ਹੀ ਦੱਸਿਆ, ਇਹ ਹਾਜੀਓ, ਇਹ ਕਾਜੀਓ, ਇਹ ਮੁਲਾਣਿਓ, ਕਸੁੰਭ ਦਾ ਜਿਵੇਂ ਕੱਚਾ ਰੰਗ ਹੁੰਦਾ ਹੈ, ਇਸੇ ਤਰ੍ਹਾਂ ਮਾਇਆ ਦਾ ਰੰਗ ਕੱਚਾ ਹੈ। ਪਾਣੀ ਦੇ ਧੋਣ ਦੇ ਨਾਲ ਹੀ ਉਹ ਰੰਗ ਜਿਹੜਾ ਨਾ ਫਿੱਕਾ ਪੈ ਜਾਂਦਾ, ਲਹਿ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਪਰਖ ਦੀ ਕਸਵੱਟੀ ਤੇ ਪਰਖਿਆ ਜਾਂਦਾ ਨਾ ਬੰਦਾ, ਉਦੋਂ ਫਿਰ ਮਾਇਆ ਦੇ ਰੰਗ ਸਾਰੇ ਲਹਿ ਜਾਂਦੇ ਨੇ। ਪਰਖ ਵਿੱਚ ਉਹ ਸਫਲ ਨਹੀਂ ਹੋ ਪਾਉਂਦਾ, ਰੱਬ ਦੇ ਘਰ ਵਿੱਚ ਪ੍ਰਵਾਨ ਨਹੀਂ ਹੋ ਪਾਉਂਦਾ। ਕਰਨ ਬਖੀਲੀ ਆਪ ਵਿੱਚ, ਰਾਮ ਰਹੀਮ ਕੋਥਾਏ ਖਲੋਈ। ਇਹ ਹਿੰਦੂ ਤੇ ਮੁਸਲਮਾਨ ਮਹਾਰਾਜ ਕਹਿੰਦੇ ਆਪਸ ਵਿੱਚ ਈਰਖਾ ਕਰਦੇ ਨੇ, ਇੱਕ ਦੂਜੇ ਦੀਆਂ ਚੁਗਲੀਆਂ ਕਰਦੇ ਨੇ, ਇੱਕ ਦੂਸਰੇ ਦੀ ਨਿੰਦਿਆ ਕਰਦੇ ਨੇ। ਇਹ ਈਰਖਾ ਵਿੱਚ ਪਏ ਹੋਏ ਨੇ। ਰਾਮ ਤੇ ਰਹੀਮ ਉਹ ਤਾਂ ਇੱਕ ਥਾਂ ਇੱਕ ਹੀ ਹਨ। ਰਾਮ ਰਹੀਮ, ਰਾਮ ਸਾਰੀਆਂ ਥਾਵਾਂ ਤੇ ਰਮਿਆ ਹੋਇਆ, ਉਸੇ ਦਾ ਨਾਮ ਰਹੀਮ ਹੈ। ਉਹ ਖੁਦਾ ਵੀ ਸਾਰੀਆਂ ਥਾਵਾਂ ਤੇ ਵਸਦਾ ਹੈ। ਕੁਥਾਏ ਖਲੋਈ, ਇਹ ਜਿਹੜੇ ਲੋਕ ਨੇ ਇਹੀ ਭੈੜੀ ਥਾਂ ਤੇ ਖਲੋਤੇ ਹੋਏ ਨੇ। ਅਥਵਾ ਮਹਾਰਾਜ ਜੀ ਕਹਿੰਦੇ ਉਹ ਹੈ ਤਾਂ ਇੱਕ, ਕੋਥਾਏ ਕਿਹੜੀ ਥਾਂ ਤੇ ਇਹ ਖਲੋਣਗੇ, ਭਾਵ ਇਹਨਾਂ ਨੂੰ ਰੱਬ ਦੇ ਘਰ ਵਿੱਚ ਢੋਈ ਨਹੀਂ ਮਿਲਣੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਇਹਨਾਂ ਹਾਜੀਆਂ ਕਾਜੀਆਂ ਸਾਰਿਆਂ ਨੂੰ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ। ਰਾਹੇ ਸ਼ੈਤਾਨੀ ਦੁਨੀਆ ਗੋਈ। ਮਹਾਰਾਜ ਜੀ ਕਹਿੰਦੇ ਭਾਵੇਂ ਕੋਈ ਹਿੰਦੂ ਹੀ ਭਾਵੇਂ ਮੁਸਲਮਾਨ ਹੈ, ਸ਼ੈਤਾਨਾਂ ਵਾਲਾ ਰਾਹ ਇਹਨਾਂ ਨੇ ਫੜਿਆ ਹੋਇਆ ਹੈ। ਪਾਪ ਕਰਮ ਕਰਦੇ ਹੈ, ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਜੇ ਪਾਪ ਕਰਦੇ ਹੈ ਤੇ ਰੱਬ ਨੇ ਇਹਨਾਂ ਨੂੰ ਮੁਆਫ ਥੋੜੀ ਕਰ ਦੇਣਾ ਹੈ। ਸ਼ੈਤਾਨਾਂ ਵਾਲੇ ਪਾਪੀਆਂ ਵਾਲੇ ਰਾਹਾਂ ਤੇ ਇਹ ਦੁਨੀਆ ਤੁਰ ਪਈ ਹੈ, ਤੇ ਇਸ ਰਾਹ ਦੇ ਉੱਤੇ ਚੱਲ ਕੇ ਪਾਤਸ਼ਾਹ ਜੀ ਕਹਿੰਦੇ ਸਾਰੀ ਦੁਨੀਆ ਰੱਬ ਨੂੰ ਭੁੱਲੀ ਫਿਰਦੀ ਹੈ, ਨਾਸ਼ ਹੋ ਰਹੀ ਹੈ। ਹੁਣ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਦੱਸਦੇ ਹੈ, ਧਰੀ ਨਿਸ਼ਾਨੀ ਕੌਸ ਦੀ, ਮੱਕੇ ਅੰਦਰ ਪੂਜ ਕਰਾਈ। ਜਦ ਗੁਰੂ ਬਾਬਾ ਜੀ ਦੇ ਬਚਨ ਸੁਣੇ, ਸਾਰਿਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕੀਤਾ, ਨਮਸਕਾਰ ਕੀਤੀ। ਮੱਕੇ ਦੀ ਗੋਸ਼ਟ ਖਾਲਸਾ ਜੀ ਹੈ ਤਾਂ ਬਹੁਤ ਲੰਬੀ ਤਵਾਰੀਖ ਵਿੱਚ, ਇਤਿਹਾਸ ਵਿੱਚ ਭਾਈ ਸਾਹਿਬ ਨੇ ਟੂਕ ਮਾਤਰ ਇੱਥੇ ਦੱਸਿਆ ਹੈ। ਜਦੋਂ ਮਹਾਰਾਜ ਉੱਥੋਂ ਤੁਰਨ ਲੱਗੇ, ਜਿੰਨੇ ਉੱਥੇ ਹਾਜੀ ਸਨ, ਕਾਜੀ ਸਨ, ਮੁੱਲਾ ਸਨ, ਇਹਨੇ ਪ੍ਰਭਾਵਿਤ ਹੋਏ, ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਕੁਝ ਸਮਾਂ ਹੋਰ ਠਹਿਰੋ। ਪਾਤਸ਼ਾਹ ਜੀ ਕਹਿੰਦੇ ਨਹੀਂ, ਅਸੀਂ ਅੱਗੇ ਜਾਣਾ, ਹੋਰ ਕਾਰਜ ਬਥੇਰੇ ਕਰਨ ਵਾਲੇ ਨੇ। ਕਹਿੰਦੇ ਫਿਰ ਚਲੋ ਮਹਾਰਾਜ, ਜੇ ਤੁਸੀਂ ਜਾਣਾ ਹੀ ਹੈ ਤੇ ਆਪਣੇ ਚਰਨਾਂ ਦੀ ਖੜਾਂ ਸਾਨੂੰ ਬਖਸ਼ ਜਾਓ, ਅਸੀਂ ਪੂਜਿਆ ਕਰਾਂਗੇ, ਤੁਹਾਨੂੰ ਚੇਤੇ ਕਰਿਆ ਕਰਾਂਗੇ, ਤੁਹਾਡੇ ਉਪਦੇਸ਼ ਸਾਨੂੰ ਚੇਤੇ ਆਇਆ ਕਰਨਗੇ। ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨਾਂ ਦੀ ਖੜਾਂ ਜਿਹੜੀ ਸੀ ਉਹਨਾਂ ਨੂੰ ਦੇ ਦਿੱਤੀ।
ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਸੋ ਉਹ ਕੌਸ ਖੜਾਵ ਦੀ ਨਿਸ਼ਾਨੀ ਮਹਾਰਾਜ ਨੇ ਉੱਥੇ ਉਹਨਾਂ ਨੂੰ ਦੇ ਦਿੱਤੀ। ਮੱਕੇ ਵਿੱਚ ਗੁਰੂ ਜੀ ਨੇ ਆਪਣੀ ਨਿਸ਼ਾਨੀ ਖੜਾਵ ਰੱਖੀ ਤੇ ਇਸ ਤਰ੍ਹਾਂ ਪੂਜਾ ਕਰਵਾਈ। ਉਹ ਲੋਕ ਜਿਹੜੇ ਲੱਤਾਂ ਮਾਰਦੇ ਸੀ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਨੂੰ ਪੂਜਣ ਲੱਗ ਪਏ। ਜਿੱਥੇ ਜਾਏ ਜਗਤ ਵਿੱਚ ਬਾਬੇ ਬਾਝ ਨਾ ਖਾਲੀ ਜਾਈ। ਸੋ ਇਸ ਖੜਾਂ ਬਾਬਤ ਸਿੱਖ ਵਿਦਵਾਨ ਦੱਸਦੇ ਐ, ਕੁਝ ਸਮਾਂ ਇਹ ਖੜਾਂ ਉੱਥੇ ਮੱਕੇ ਵਿੱਚ ਰਹੀ। ਉਹ ਹਾਜੀ ਕਾਜੀ ਪੂਜਾ ਕਰਦੇ ਰਹੇ, ਨਮਸਕਾਰਾਂ ਕਰਦੇ ਰਹੇ। ਉਸ ਤੋਂ ਬਾਅਦ ਇਹ ਖੜਾਂ ਹਿੰਦ ਦਾ ਕੋਈ ਪੀਰ ਇੱਧਰ ਲੈ ਆਇਆ ਔਰ ਦੱਸਦੇ ਐ ਵੀ ਉੱਚ ਸ਼ਰੀਫ ਦੇ ਤੋਸੇ ਖਾਨੇ ਦੇ ਵਿੱਚ ਇਹ ਜਿਹੜੀ ਖੜਾਂ ਹੈ ਇਹ ਸਾਂਭ ਕੇ ਰੱਖੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦੀ ਉਹ ਖੜਾਂ ਜਿਹਦੀ ਕਦੇ ਮੱਕੇ ਵਿੱਚ ਪੂਜਾ ਕੀਤੀ ਸੀ। ਜਿੱਥੇ ਜਾਏ ਜਗਤ ਵਿੱਚ, ਜਿੱਥੇ ਵੀ ਗੁਰੂ ਬਾਬਾ ਜੀ ਜਗਤ ਵਿੱਚ ਜਾਂਦੇ ਐ, ਬਾਬੇ ਬਾਝ ਨਾ ਖਾਲੀ ਜਾਈ। ਗੁਰੂ ਬਾਬੇ ਦੇ ਉਪਦੇਸ਼ਾਂ ਤੋਂ ਬਿਨਾਂ ਕੋਈ ਜਗ੍ਹਾ ਖਾਲੀ ਨਹੀਂ ਰਹਿੰਦੀ। ਜਿੱਥੇ ਵੀ ਮਹਾਰਾਜ ਗਏ ਨਾਮ ਬਾਣੀ ਦੀ ਬਰਸਾਤ ਸਤਿਗੁਰੂ ਨੇ ਕੀਤੀ। ਸੁੱਕੇ ਹਿਰਦੇ ਜਿਹੜੇ ਸੀ ਉੱਥੇ ਸਤਿਗੁਰੂ ਪਾਤਸ਼ਾਹ ਨੇ ਸ਼ੁਭ ਸਿੱਖਿਆ ਦੀ ਬਰਸਾਤ ਕਰਕੇ ਉਹਨਾਂ ਹਿਰਦਿਆਂ ਨੂੰ ਮਹਾਰਾਜ ਜੀ ਨੇ ਪ੍ਰਫੁੱਲਤ ਕਰ ਦਿੱਤਾ। ਘਰ ਘਰ ਬਾਬਾ ਪੂਜੀਐ, ਹਿੰਦੂ ਮੁਸਲਮਾਨ ਗਵਾਈ। ਘਰ ਘਰ ਦੇ ਵਿੱਚ ਗੁਰੂ ਬਾਬੇ ਦੀ ਪੂਜਾ ਹੋਣ ਲੱਗ ਪਈ। ਘਰ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਪੂਜਣ ਲੱਗ ਪਏ। ਹਿੰਦੂ ਤੇ ਮੁਸਲਮਾਨ ਇਹ ਆਪਣੇ ਅੰਦਰੋਂ ਫਿਰਕੂਪੁਣਾ ਗਵਾ ਕਰਕੇ ਸੱਚੇ ਪਾਤਸ਼ਾਹ ਨੂੰ ਪੂਜਦੇ ਹੈ। ਹਿੰਦੂ ਵੀ ਤੇ ਮੁਸਲਮਾਨ ਵੀ ਸਾਰੇ ਹੀ ਉਹ ਪੀਰ ਕਹਿ ਕੇ ਪੂਜਦੇ, ਉਹ ਗੁਰੂ ਕਹਿ ਕੇ ਪੂਜਦੇ ਹੈ। ਸੋ ਕਈ ਪੋਥੀਆਂ ਦੇ ਵਿੱਚ ਇੱਥੇ ਪਾਠ ਗਵਾਹੀ ਵੀ ਆਉਂਦਾ ਹੈ। ਪ੍ਰਮੁੱਖ ਪਾਠ ਗਵਾਹੀ ਹੀ ਹੈ। ਜੇ ਗਵਾਹੀ ਪਾਠ ਹੋਵੇ ਤਾਂ ਵਿਦਿਆਰਥੀ ਜਨ ਜਿਹੜੇ ਸੱਜਣ ਨੇ ਉਹ ਇਸ ਤਰ੍ਹਾਂ ਅਰਥ ਕਰ ਲੈਣ ਕਿ ਹਿੰਦੂ ਮੁਸਲਮਾਨ ਇਹ ਦੋਵੇਂ ਗਵਾਹੀ ਭਰਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੂਜਦੇ ਹੈ। ਛਪੇ ਨਾਹੇ ਛਪਾਇਆ, ਚੜਿਆ ਸੂਰਜ ਜਗ ਰੁਸਨਾਈ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸੂਰਜ ਚੜ੍ਹਦਾ ਨਾ ਸੰਸਾਰ ਵਿੱਚ ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼, ਰੁਸਨਾਈ ਰੋਸ਼ਨੀ ਹੋ ਜਾਂਦੀ ਹੈ। ਫਿਰ ਉਹਨੂੰ ਲੁਕਾਇਆ ਨਹੀਂ ਜਾ ਸਕਦਾ, ਲੁਕਾਇਆ ਵੀ ਲੁਕਾਇਆ ਨਹੀਂ ਜਾ ਸਕਦਾ, ਕਿਸੇ ਤਰ੍ਹਾਂ ਛਪਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਸੂਰਜ ਰੂਪ ਪ੍ਰਗਟ ਹੋਏ ਨੇ। ਸੱਚੇ ਪਾਤਸ਼ਾਹ ਜੀ ਨੂੰ ਲੁਕਾਇਆ ਛੁਪਾਇਆ ਨਹੀਂ ਜਾ ਸਕਦਾ। ਸਾਰੇ ਸੰਸਾਰ ਵਿੱਚ ਮਹਾਰਾਜ ਜੀ ਦੀ ਮਹਿਮਾ ਹੋ ਰਹੀ ਹੈ। ਬੁਕਿਆ ਸਿੰਘ ਉਜਾੜ ਵਿੱਚ, ਸਭ ਮਿਰਗਾਂ ਵੱਲ ਭੰਨੀ ਜਾਈ। ਜਿਵੇਂ ਸ਼ੇਰ ਉਜਾੜ ਵਿੱਚ ਜੰਗਲ ਵਿੱਚ ਜਦੋਂ ਬੁੱਕਦਾ ਹੈ, ਸ਼ੇਰ ਜਦੋਂ ਜੰਗਲ ਵਿੱਚ ਗਰਜਦਾ ਹੈ, ਸਾਰੀ ਮਿਰਗਾਵਲ ਹਿਰਨਾਂ ਦੀ ਡਾਰ ਜਿਹੜੀ ਹੈ ਉਹ ਦੌੜ ਜਾਂਦੀ, ਭੱਜ ਜਾਂਦੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਗਰਜੇ ਨੇ, ਉਪਦੇਸ਼ ਦਿੱਤਾ ਹੈ, ਸ਼ਬਦ ਦੀ ਗਰਜਨਾ ਜਦੋਂ ਸਤਿਗੁਰੂ ਨੇ ਪ੍ਰਗਟ ਕੀਤੀ ਤੇ ਜਿਹੜੀ ਹਰਨਾਂ ਦੀ ਡਾਰ ਦੀ ਨਿਆਈ ਜਿਹੜੇ ਪਖੰਡੀ ਲੋਕ ਸੀ ਨਾ ਉਹ ਸਾਰੇ ਭੱਜ ਗਏ। ਕਿਸੇ ਦਾ ਪਖੰਡ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਨਹੀਂ ਟਿਕਿਆ, ਸਾਰੇ ਹੀ ਦੌੜ ਗਏ। ਚੜਿਆ ਚੰਦ ਨਾ ਲੁਕਾਈ, ਕੱਢ ਕੁਨਾਲੀ ਜੋਤ ਛਪਾਈ। ਜਿਵੇਂ ਆਕਾਸ਼ ਵਿੱਚ ਜਦੋਂ ਚੰਦਰਮਾ ਚੜ੍ਹਦਾ ਹੈ ਉਹ ਲੁਕ ਨਹੀਂ ਸਕਦਾ। ਚੜਿਆ ਚੰਦ ਨਾ ਲੁਕਾਈ, ਉਹ ਲੁਕਦਾ ਨਹੀਂ, ਭਾਵੇਂ ਕੋਈ ਯਤਨ ਕਰੇ। ਕੱਢ ਕੁਨਾਲੀ ਜੋਤ ਛਪਾਈ, ਕੁਨਾਲੀ ਦਾ ਭਾਵ ਹੈ ਮਿੱਟੀ ਦੀ ਪਰਾਤ ਬਣਾਉਣੀ। ਮਿੱਟੀ ਦੀ ਪਰਾਤ ਬਣਾ ਕਰਕੇ ਕਹਿੰਦੇ ਭਾਵੇਂ ਕੋਈ ਅੱਗੇ ਕਰੇ, ਉਹਦੀਆਂ ਬੰਦੇ ਦੀਆਂ ਆਪਣੀਆਂ ਅੱਖਾਂ ਢੱਕੀਆਂ ਜਾਣਗੀਆਂ ਪਰ ਚੰਦਰਮਾ ਉਹਦੀ ਰੌਸ਼ਨੀ ਨੂੰ ਨਹੀਂ ਢੱਕ ਸਕਦਾ। ਕਹਿੰਦੇ ਇਸੇ ਤਰ੍ਹਾਂ ਕੋਈ ਲੱਖਾਂ ਯਤਨ ਕਰੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਚੰਦਰਮਾ ਦੀ ਰੌਸ਼ਨੀ ਵਾਂਗ ਸੰਸਾਰ ਨੂੰ ਪ੍ਰਕਾਸ਼ਿਤ ਕਰ ਰਹੇ ਹੈ, ਹਨੇਰੇ ਵਿੱਚ ਚਾਨਣ ਕਰ ਰਹੇ ਹੈ। ਸੱਚ ਚੰਦਰਮਾ, ਸੱਚ ਦਾ ਚੰਦਰਮਾ ਹਨ ਗੁਰੂ ਨਾਨਕ ਸਾਹਿਬ ਜੀ। ਸਤਿਗੁਰੂ ਦੇ ਜਿਹੜੇ ਸੱਚੇ ਉਪਦੇਸ਼ ਨੇ ਕੋਈ ਵੀ ਇਹਨਾਂ ਨੂੰ ਲੁਕਾ ਛੁਪਾ ਨਹੀਂ ਸਕਦਾ। ਉਗ ਬਣਹੁ ਤੇ ਹਾਥ ਬਣੋ,
ਨੌ ਖੰਡ ਪ੍ਰਿਥਵੀ ਸਭਾ ਝੁਕਾਈ, ਸਭ ਝੁਕਾਈ। ਉਗਵਣੋਂ ਕਹਿੰਦੇ ਜਿੱਥੋਂ ਸੂਰਜ ਉਗਦਾ ਹੈ। ਆਥਵਣੋਂ ਕਹਿੰਦੇ ਆ ਜਿੱਧਰ ਛਿਪ ਜਾਂਦਾ ਹੈ, ਆਥਣ ਹੁੰਦੀ ਹੈ। ਸੂਰਜ ਚੜ੍ਹਦੇ ਤੋਂ ਲੈ ਕੇ ਸੂਰਜ ਛਿਪਦੇ ਤੱਕ ਨੌ ਖੰਡ ਧਰਤੀ ਸਾਰੀ ਹੀ ਮਹਾਰਾਜ ਨੇ ਆਪਣੇ ਚਰਨਾਂ ਤੇ ਝੁਕਾ ਲਈ। ਕਾਜੀ ਮਿਲੇ, ਮੁੱਲਾ ਮਿਲੇ, ਰਾਜੇ ਲੋਕ ਮਿਲੇ, ਅਮੀਰ ਗਰੀਬ, ਜੋਗੀ ਸਿੱਧ, ਪੀਰ ਨਾਥ, ਹਰ ਬੰਦਾ ਮਿਲਿਆ। ਸਾਰੇ ਹੀ ਮਹਾਰਾਜ ਤੋਂ ਜਦੋਂ ਸਤਿਗੁਰੂ ਦੇ ਬਚਨ ਸੁਣਦੇ ਫਿਰ ਸਤਿਗੁਰੂ ਦੇ ਚਰਨਾਂ ਤੇ ਝੁਕੇ। ਸਭਾ ਝੁਕਾਈ, ਸਭ ਪਾਠ ਵੀ ਆਉਂਦਾ ਹੈ। ਸੋ ਸਾਰੀ ਹੀ ਜਿਹੜੀ ਪ੍ਰਿਥਵੀ ਸੀ ਮਹਾਰਾਜ ਨੇ ਆਪਣੇ ਚਰਨਾਂ ਦੇ ਉੱਤੇ ਝੁਕਾ ਦਿੱਤੀ। ਜਗ ਅੰਦਰ ਕੁਦਰਤ ਵਰਤਾਈ। ਜਗਤ ਦੇ ਵਿੱਚ ਐਸੀ ਕੁਦਰਤ, ਐਸੀ ਸ਼ਕਤੀ ਸਤਿਗੁਰੂ ਪਾਤਸ਼ਾਹ ਜੀ ਨੇ ਵਰਤਾਈ ਕਿ ਸਾਰੇ ਹੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਝੁਕ ਗਏ। ਭਾਈ ਵੀਰ ਸਿੰਘ ਨੇ ਇੱਕ ਟੂਕ ਦਾ ਜ਼ਿਕਰ ਕੀਤਾ ਹੈ। ਮਹਾਰਾਜ ਦੀਆਂ ਉਖੜਾਵਾਂ ਬਾਬਤ ਲਿਖਦੇ ਨੇ, ਉਹ ਖੜਾਵਾਂ ਅਜੇ ਤੱਕ ਮੌਜੂਦ ਹਨ। ਅਲੀਨਕੀ ਦੇ ਖਾਨਦਾਨ ਦੇ ਸੈਯਦ ਰੁਕਨਦੀਨ ਸਾਹਿਬ ਮੱਕੇ ਸਨ। ਜਦ ਕਿ ਗੁਰੂ ਜੀ ਮੱਕੇ ਪੁੱਜੇ ਸਨ, ਇਹਨਾਂ ਨਾਲ ਹੋਰ ਹਿੰਦੀ ਵੀਰ ਵੀ ਸਨ। ਜਦੋਂ ਬਾਬੇ ਦੇ ਚਰਨ ਕਮਲਾਂ ਨਾਲ ਕਾਬਾ ਫਿਰਿਆ ਤੇ ਸਾਰਿਆਂ ਨੇ ਧਰਮ ਵਿਸ਼ੇ ਦੀ ਚਰਚਾ ਲਈ ਰੁਕਨਦੀਨ ਜੀ ਨੂੰ ਅੱਗੇ ਕੀਤਾ। ਹਰ ਤਰ੍ਹਾਂ ਤਸੱਲੀ ਮਿਲੀ, ਅੱਖੀਂ ਬਰਕਤ ਵੇਖੀ ਤੇ ਆਪ ਗੁਰੂ ਜੀ ਦੇ ਸਾਧਕ ਬਣ ਗਏ। ਨਿਸ਼ਾਨੀ ਮੰਗੀ ਤਾਂ ਸਾਹਿਬਾਂ ਨੇ ਕੌਂਸ ਜੋ ਖੜਾਂ ਸੀ ਉਹ ਦਿੱਤੀ। ਆਪ ਮੱਕੇ ਵਿੱਚ ਪਾਸ ਰੱਖ ਕੇ ਸਤਿਕਾਰ ਨਾਲ ਦਰਸ਼ਨ ਕਰਦੇ ਤੇ ਹੋਰ ਸਾਧਕਾਂ ਨੂੰ ਕਰਾਉਂਦੇ ਰਹੇ। ਜਦੋਂ ਹਿੰਦ ਨੂੰ ਆਏ ਤਾਂ ਨਾਲ ਹੀ ਲੈ ਆਏ। ਇਹ ਖੜਾਵਾਂ ਉੱਚ ਸ਼ਰੀਫ ਦੇ ਤੋਸ਼ੇਖਾਨੇ ਵਿੱਚ ਮੌਜੂਦ ਹਨ। ਸੋ ਇਉਂ ਮਹਾਰਾਜ ਜੀ ਨੇ ਉੱਥੇ ਮੱਕੇ ਜਾ ਕਰਕੇ ਵੀ ਉਪਦੇਸ਼ ਦੇ ਕੇ ਸਾਰਿਆਂ ਨੂੰ ਨਿਹਾਲ ਕੀਤਾ। ਸੋ ਇੱਥੋਂ ਤੱਕ ਪਹਿਲੀ ਵਾਰ ਦੀਆਂ 34 ਪੌੜੀਆਂ ਪੂਰੀਆਂ ਹੋਈਆਂ ਨੇ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਣੀ ਜੀ। ਉਗਵਣ ਹੋਂ ਤੇ ਹਾਥ ਬਣੋ, ਨੌ ਖੰਡ ਪ੍ਰਿਥਵੀ ਸਭ ਝੁਕਾਈ। ਜਗ ਅੰਦਰ ਕੁਦਰਤ ਵਰਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी कोई न जाने तुमरा अंत, ऊंचे से जाप तुम से हो सो जे तुम्हारी गात में से तुम ही जानी। नानक दास सदा खुद आगे अरदास।